हाँ जी 7th क्लास। अगे अपने कोल चैप्टर हैगा ए 5th लाइन्स एंड एंगल्स। ਆਪਾਂ ਪਹਿਲਾਂ ਗੱਲ ਕਰਦੇ ਹਾਂ ਲਾਈਨਸ ਦੀ। ਲਾਈਨਸ ਬਾਰੇ ਆਪਾਂ 6th ਕਲਾਸ ਦੇ ਵਿੱਚ ਵੀ ਪੜ੍ਹਿਆ ਹੈਗਾ ਗਾ, ਠੀਕ ਆ। ਲਾਈਨਸ ਐਂਡ ਐਂਗਲਸ, ਲਾਈਨਸ ਮੀਨਸ ਰੇਖਾਵਾਂ, ਐਂਗਲਸ ਮੀਨਸ ਕੋਣ। ਇਹ ਆਪਾਂ 6th ਕਲਾਸ ਦੇ ਵਿੱਚ ਵੀ ਪੜ੍ਹਿਆ ਕਿ ਲਾਈਨਸ ਕੀ ਹੁੰਦੀਆਂ ਅਤੇ ਐਂਗਲਸ ਕੀ ਹੁੰਦੀਆਂ। ਫਿਰ ਵੀ ਆਪਾਂ ਥੋੜ੍ਹਾ ਜਿਹਾ ਬੇਸਿਕ ਫੇਰ ਕਰਦੇ ਹੈਗੇ ਆ। ਲਾਈਨਸ ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਇੱਕ ਲਾਈਨ ਹੁੰਦੀ ਸੀਗੀ, ਲਾਈਨ ਯਾਦ ਆ ਨਾ, ਜਿਹਦੇ ਦੋਵੇਂ ਪਾਸੇ ਐਰੋ ਹੁੰਦਾ ਸੀ। ਮਤਲਬ ਇੱਧਰ ਨੂੰ ਵੀ ਵੱਧਦੀ ਜਾਂਦੀ ਸੀ ਅਤੇ ਇੱਧਰ ਨੂੰ ਵੀ, ਮਤਲਬ ਨਾ ਇਸ ਦਾ ਕੋਈ ਸਟਾਰਟਿੰਗ ਪੁਆਇੰਟ ਹੁੰਦਾ ਸੀ ਨਾ ਕੋਈ ਐਂਡ ਪੁਆਇੰਟ। ਫਿਰ ਹੁੰਦਾ ਸੀ ਆਪਣੇ ਕੋਲ ਲਾਈਨ ਸਿਗਮੈਂਟ। ਲਾਈਨ ਸਿਗਮੈਂਟ ਕੀ ਹੁੰਦਾ ਸੀ, ਜਿਹਦੇ ਦੋਵੇਂ ਪਾਸੇ ਡਾਟ ਹੋਣ, ਠੀਕ ਆ। ਮਤਲਬ ਇਹ ਪਤਾ ਸੀਗਾ ਕਿ ਇਹ ਲਾਈਨ ਇੱਥੋਂ ਲੈ ਕੇ ਇੱਧਰ ਜਾਂਦੀ ਹੈਗੀ, ਇੱਥੇ ਖ਼ਤਮ ਹੁੰਦੀ ਹੈਗੀ ਆ, ਅਤੇ ਜਾਂ ਇੱਥੋਂ ਸਟਾਰਟ ਹੋ ਕੇ ਇੱਥੇ ਖ਼ਤਮ ਹੁੰਦੀ ਹੈ। ਮਤਲਬ ਇਹਦੇ ਵਿੱਚ ਸਟਾਰਟਿੰਗ ਪੁਆਇੰਟ ਵੀ ਹੁੰਦਾ ਅਤੇ ਐਂਡਿੰਗ ਪੁਆਇੰਟ ਵੀ ਹੁੰਦਾ ਸੀ। ਫਿਰ ਹੁੰਦੀ ਸੀ ਰੇ। ਰੇ ਵਿੱਚ ਕੀ ਹੁੰਦਾ ਸੀ, ਆਪਾਂ ਨੂੰ ਇਹ ਪਤਾ ਹੁੰਦਾ ਸੀ ਕਿ ਲਾਈਨ ਕਿੱਥੋਂ ਸਟਾਰਟ ਹੁੰਦੀ ਹੈਗੀ, ਕਿਹੜੇ ਪੁਆਇੰਟ ਤੋਂ ਸਟਾਰਟ ਹੁੰਦੀ ਆ, ਬਟ ਕਿੱਥੇ ਖ਼ਤਮ ਹੁੰਦੀ ਇਹ ਨਹੀਂ ਪਤਾ ਸੀਗਾ ਆਪਣੇ ਕੋਲ, ਠੀਕ ਆ। ਇਹ ਤਾਂ ਸੀਗੀਆਂ ਡਿਫਰੈਂਟ ਟਾਈਪ ਆਫ ਲਾਈਨਸ। ਲਾਈਨਸ ਜਿਹਦੇ ਦੋਵੇਂ ਪਾਸੇ ਕੀ ਹੋਣ ਐਰੋ, ਅਤੇ ਇਸ ਨੂੰ ਆਪਾਂ ਨਾਮ ਦੇਣਾ। ਤਾਂ ਨਾਮ ਕਿਵੇਂ ਲਿਖਾਂਗੇ, ਸਪੋਜ਼ ਕਰੋ ਇਸ ਲਾਈਨ ਉੱਪਰ ਕੋਈ ਵੀ 2 ਪੁਆਇੰਟ ਆ ਅਤੇ ਇਸ ਦਾ ਨਾਮ ਕੀ ਹੋਊਗਾ ਏ ਬੀ। ਬਟ ਉੱਪਰ ਆਹ ਵਾਲਾ ਲਾਈਨਸ ਦਾ ਸਿੰਬਲ ਕਿਹਦਾ, ਮਤਲਬ ਏ ਬੀ ਲਾਈਨ ਆ, ਇਹਦੇ ਦੋਵੇਂ ਪਾਸੇ ਐਰੋ ਆ। ਇਸ ਤੋਂ ਫਿਰ ਆਪਾਂ ਕੀ ਲੈ ਲੈਂਦੇ ਹਾਂ ਏ ਅਤੇ ਬੀ। ਹੁਣ ਇਹਦੇ ਵਿੱਚ ਵੀ ਏ ਬੀ ਹੈ, ਬਟ ਇਹਦੇ ਉੱਪਰ ਕੀ ਲਗਾਵਾਂਗੇ, ਆਹ ਵਾਲਾ ਸਿੰਬਲ। ਕਿਸ ਤੋਂ ਕੀ ਪਤਾ ਲੱਗੂ ਕਿ ਏ ਬੀ ਕੀ ਹੈਗਾ, ਇੱਕ ਲਾਈਨ ਸਿਗਮੈਂਟ ਹੈਗੀ ਆ। ਹੁਣ ਰੇ ਵਾਸਤੇ ਆਪਾਂ ਇਹਦੇ ਉੱਪਰ ਏ ਲੈ ਲੈਂਦੇ ਹੈਗੇ, ਇੱਥੇ ਕੋਈ ਵੀ ਪੁਆਇੰਟ ਬੀ ਲੈ ਲੈਂਦੇ ਹੈਗੇ ਆ। ਹੁਣ ਦੇਖੋ ਏ ਤੋਂ ਬੀ ਵੱਲ ਜਾ ਰਹੀ ਹੈਗੀ ਅਤੇ ਇਹ ਪਹਿਲਾਂ ਆਊਗਾ ਇੱਧਰੋਂ, ਕਲੀਅਰ। ਮਤਲਬ ਪੁਆਇੰਟ ਸੇਮ ਆ, ਬਟ ਐਰੋ ਜਿਹੜਾ ਉੱਪਰ ਸਿੰਬਲ ਆ ਉਸ ਤੋਂ ਆਪਾਂ ਨੂੰ ਪਤਾ ਲੱਗ ਜੂਗਾ ਕਿ ਲਾਈਨ ਆ ਕਿ ਲਾਈਨ ਸਿਗਮੈਂਟ ਆ ਕਿ ਰੇ ਆ, ਕਲੀਅਰ। ਫੋਰ ਐਗਜ਼ਾਮਪਲ ਜੇ ਆਪਾਂ ਨੂੰ ਕੋਈ ਕਹਿ ਦੇਣ, ਇਸ ਤਰ੍ਹਾਂ ਲਿਖ ਦੇਣ ਕਿ ਪੀ ਕਿਊ, ਇਹਦਾ ਮਤਲਬ ਪੀ ਕਿਊ ਕੀ ਇੱਕ ਲਾਈਨ ਸਿਗਮੈਂਟ ਆ, ਅਤੇ ਇਹਨੂੰ ਆਪਾਂ ਕਿਵੇਂ ਡਰੋ ਕਰਾਂਗੇ, ਇਸ ਤਰ੍ਹਾਂ ਕਿ ਇੱਥੇ ਪੀ ਆ ਗਿਆ, ਇੱਥੇ ਕਿਊ ਆ ਗਿਆ, ਠੀਕ। ਇਹੀ ਜੇ ਆਪਾਂ ਨੂੰ ਇਸ ਤਰ੍ਹਾਂ ਲਿਖ ਦਿੰਦੇ, ਇਹਦਾ ਮਤਲਬ ਇੱਕ ਪਾਸੇ ਕੀ ਐਰੋ ਆ, ਇਹਦਾ ਮਤਲਬ ਫਿਰ ਆਪਾਂ ਕਿੱਦਾਂ ਲਿਖਣਾ ਸੀਗਾ, ਆਪਾਂ ਇੱਦਾਂ ਲਿਖਣਾ ਸੀ ਪੀ ਕਿਊ, ਕਲੀਅਰ। ਜੇ ਆਪਾਂ ਨੂੰ ਇਸ ਤਰ੍ਹਾਂ ਲਿਖ ਦਿੰਦੇ, ਇਹਦਾ ਮਤਲਬ ਪੀ ਕਿਊ ਕੋਈ ਇੱਕ ਲਾਈਨ ਹੈਗੀ ਆ ਜਿਹਦੇ ਦੋਵੇਂ ਪਾਸੇ ਐਰੋ ਆ, ਅਤੇ ਪੀ ਇੱਥੇ ਆ ਗਿਆ, ਕਿਊ ਇੱਥੇ ਆ, ਕਲੀਅਰ। ਉੱਪਰ ਵਾਲਾ ਸਿੰਬਲ ਇੰਪੋਰਟੈਂਟ ਆ, ਇਸ ਤੋਂ ਹੀ ਪਤਾ ਲੱਗੂਗਾ ਆਪਾਂ ਨੂੰ ਲਾਈਨ ਆ, ਲਾਈਨ ਸਿਗਮੈਂਟ ਆ ਕਿ ਰੇ ਹੈਗੀ ਆ, ਕਲੀਅਰ। ਉਸ ਤੋਂ ਬਾਅਦ ਗੱਲ ਕਰਦੇ ਆਪਾਂ ਐਂਗਲਸ ਦੀ। ਹੁਣ ਐਂਗਲ ਦਾ ਵੀ ਪਹਿਲਾਂ ਤਾਂ ਆਪਾਂ ਬੇਸਿਕ ਦੇਖਦੇ ਹੈਗੇ ਐਂਗਲ। ਹੁਣ ਸਭ ਤੋਂ ਪਹਿਲਾਂ ਤਾਂ ਸਪੋਜ਼ ਕਰੋ ਆਪਣੇ ਕੋਲ 2 ਰੇ ਆ। ਰੇ ਪਤਾ ਨਾ, ਜਿਹੜੀ ਸਟਾਰਟਿੰਗ ਪੁਆਇੰਟ ਪਤਾ ਹੋਵੇ, ਠੀਕ ਆ, ਐਂਡ ਪੁਆਇੰਟ ਨਾ ਪਤਾ ਹੋਵੇ। ਹੁਣ ਦੇਖੋ ਆਹ 2 ਰੇ ਆਪਣੇ ਕੋਲ, ਇਸ ਨੂੰ ਆਪਾਂ ਕਹਿ ਦਿੰਦੇ ਹਾਂ ਏ, ਇਸ ਨੂੰ ਆਪਾਂ ਕਹਿ ਦਿੰਦੇ ਹਾਂ ਬੀ, ਅਤੇ ਇਸ ਨੂੰ ਕਹਿ ਦਿੰਦੇ ਹਾਂ ਬੀ। ਯਾਨੀ ਕਿ 2 ਰੇ ਆਪਣੇ ਕੋਲ ਕਿਹੜੀ ਕਿਹੜੀ, ਬੀ ਏ ਬੀ ਸੀ, ਜਿਨ੍ਹਾਂ ਦਾ ਸਟਾਰਟਿੰਗ ਪੁਆਇੰਟ ਕੀ ਹੈਗਾ ਗਾ, ਸੇਮ ਆ। ਤਾਂ ਜਦੋਂ 2 ਰੇ ਦਾ ਸਟਾਰਟਿੰਗ ਪੁਆਇੰਟ ਸੇਮ ਹੋਵੇ ਤਾਂ ਉੱਥੇ ਐਂਗਲ ਬਣਦਾ ਹੁੰਦਾ ਆਪਣੇ ਕੋਲ, ਕਲੀਅਰ। ਤਾਂ ਜਿਹੜੇ ਪੁਆਇੰਟ 'ਤੇ ਐਂਗਲ ਬਣਦਾ ਹੋਵੇ ਉਸ ਨੂੰ ਆਪਾਂ ਬੋਲਦੇ ਹਾਂ ਵਰਟੈਕਸ। ਅਤੇ ਜਿਹੜੀਆਂ 2 ਰੇ ਹੁੰਦੀਆਂ ਆਪਣੇ ਕੋਲ, ਆਹ 2 ਰੇ ਆ, ਇਸ ਨੂੰ ਆਪਾਂ ਬੋਲਦੇ ਹੈਗੇ ਆ ਆਰਮਸ ਆਫ ਐਂਗਲ, ਕਲੀਅਰ। ਅਤੇ ਜਿਹੜਾ ਇਹ ਐਂਗਲ ਬਣਿਆ ਗਾ ਇਹ ਕੀ ਹੈਗਾ ਗਾ, ਐਂਗਲ, ਕਲੀਅਰ ਆ, ਠੀਕ ਆ। ਜਾਂ ਸਿੰਪਲ ਜੀ ਗੱਲ ਹੈਗੀ ਆ, ਜਿੱਥੇ ਵੀ ਕੋਰਨਰ ਆ ਜੇ ਉੱਥੇ ਐਂਗਲ ਬਣੂਗਾ ਹੀ ਬਣੂਗਾ। ਕੀ ਆ ਜੇ, ਕੋਰਨਰ। ਕੋਰਨਰ ਮਤਲਬ ਪਤਾ ਨਾ, ਖੂੰਜਾ ਆ ਜੇ, ਠੀਕ ਆ। ਚਲੋ ਹੁਣ ਆਪਾਂ ਐਂਗਲ ਦਾ ਨੇਮ ਲਿਖਣਾ ਹੈਗਾ। ਹੁਣ ਇਸ ਐਂਗਲ ਦਾ ਨੇਮ ਕੀ ਲਿਖ ਸਕਦੇ ਆਪਾਂ, ਦੇਖੋ ਐਂਗਲ ਦਾ ਨੇਮ ਦੇਣ ਦੇ 2 ਮੈਥਡ ਹੁੰਦੇ ਹੈਗੇ ਆ। ਇੱਕ ਤਾਂ ਆਪਾਂ ਦੇ ਸਕਦੇ ਹੁੰਦੇ ਆ ਐਂਗਲ ਨੂੰ ਸਮੋਲ ਨੇਮ। ਸਮੋਲ ਨੇਮ ਕਦੋਂ ਦੇਣਾ ਹੁੰਦਾ, ਪਹਿਲਾਂ ਤਾਂ ਇਹ ਦੇਖਣਾ ਹੈਗਾ। ਤੁਸੀਂ ਇਹ ਦੇਖਣਾ ਹੈਗਾ ਕਿ ਇੱਕ ਕੋਰਨਰ ਉੱਪਰ ਜੇਕਰ ਇੱਕ ਹੀ ਐਂਗਲ ਬਣਦਾ ਹੋਵੇ ਤਾਂ ਆਪਾਂ ਉਦੋਂ ਸਮੋਲ ਨੇਮ ਦੇ ਸਕਦੇ ਹੈਗੇ ਆ, ਠੀਕ ਆ। ਹੁਣ ਦੇਖੋ ਆਹ ਕੀ ਹੈਗਾ, ਇੱਕ ਹੀ ਕੋਰਨਰ ਆ ਬੀ ਪੁਆਇੰਟ ਉੱਪਰ, ਤਾਂ ਇੱਕ ਹੀ ਕੋਰਨਰ ਹੈਗਾ, ਤਾਂ ਬੀ ਪੁਆਇੰਟ ਉੱਪਰ ਇੱਕ ਹੀ ਐਂਗਲ ਬਣ ਰਿਹਾ, ਅਤੇ ਇਹਦਾ ਮਤਲਬ ਆਪਾਂ ਇਸ ਨੂੰ ਸਮੋਲ ਨੇਮ ਦੇ ਸਕਦੇ ਹੁੰਦੇ ਹਾਂ। ਕਿਹੜਾ ਐਂਗਲ, ਐਂਗਲ ਬੀ। ਆਹ ਕੀ ਆ,
ਸਿੰਬਲ ਐਂਗਲ ਦਾ। ਠੀਕ ਆ, ਜੇ ਆਪਾਂ ਸਿੰਪਲ ਬੀ ਲਿਖ ਦਿੰਦੇ ਇੱਦਾਂ, ਮੰਨ ਲਓ ਸਪੋਜ਼ ਕਰੋ ਆਪਾਂ ਬੀ ਲਿਖਤਾ ਤਾਂ ਦਿਸ ਇਜ਼ ਨੋਟ ਐਂਗਲ। ਇੱਥੇ ਬੀ ਕੀ ਹੈਗਾ, ਇੱਕ ਪੁਆਇੰਟ ਆ, ਇੱਥੇ ਵੀ ਐਂਗਲ ਨਹੀਂ, ਬੀ ਕੀ ਇੱਕ ਪੁਆਇੰਟ ਆ, ਵਰਟੈਕਸ ਆ, ਇਸ ਚੀਜ਼ ਨੂੰ ਸਮਝਣਾ। ਠੀਕ ਆ, ਐਂਗਲ ਦੇ ਮੂਹਰੇ ਐਂਗਲ ਦਾ ਸਿੰਬਲ ਪਾਉਣਾ ਜ਼ਰੂਰੀ ਹੈਗਾ ਗਾ। ਠੀਕ ਆ, ਫਿਰ ਐਂਗਲ ਦਾ ਆਪਾਂ ਕਿਹੜਾ ਨਾਮ ਦੇ ਸਕਦੇ ਹੈਗੇ ਆ, ਸਮੌਲ ਨੇਮ ਲਿਖਤਾ। ਹੁਣ ਕੀ ਆਪਾਂ ਲਿਖ ਸਕਦੇ ਹੈਗੇ ਇਸ ਦਾ ਲੌਂਗ ਨੇਮ। ਹੁਣ ਲੌਂਗ ਨੇਮ ਲਿਖਣ ਲਈ ਪਹਿਲਾਂ ਤਾਂ ਦੇਖੋ ਐਂਗਲ ਕਿਹੜੇ ਪੁਆਇੰਟ ਉੱਪਰ ਬਣਦਾ, ਬੀ ਪੁਆਇੰਟ ਉੱਪਰ, ਤਾਂ ਆਪਾਂ ਬੀ ਲਿਖ ਲਿਆ ਸੈਂਟਰ 'ਚ। ਉਸ ਤੋਂ ਬਾਅਦ ਦੇਖ ਲਓ ਇਸ ਦੇ ਲੈਫਟ ਅਤੇ ਰਾਈਟ ਪੁਆਇੰਟ ਲਿਖਣੇ ਹੈਗੇ, ਕਿਹੜੇ ਕਿਹੜੇ ਦੇਖੋ ਹੁਣ, ਉਹ ਆਰਮਸ ਵਾਲੇ ਪੁਆਇੰਟ ਹੈਗੇ ਆ। ਬੀ ਪੁਆਇੰਟ ਆ ਗਿਆ ਵਰਟੈਕਸ ਵਾਲਾ ਜਿੱਥੇ ਐਂਗਲ ਬਣਦਾ, ਇਹਦੇ ਲੈਫਟ ਅਤੇ ਰਾਈਟ ਕੀ ਲਿਖ ਸਕਦੇ ਆ, ਜਾਂ ਲੈਫਟ ਏ ਲਿਖ ਦਿਓ, ਰਾਈਟ ਸੀ ਲਿਖ ਦਿਓ, ਜਾਂ ਲੈਫਟ ਸੀ ਲਿਖ ਦਿਓ, ਰਾਈਟ ਏ ਲਿਖ ਦਿਓ, ਦੋਵੇਂ ਸਹੀ ਆ। ਐਂਗਲ ਦਾ ਸਿੰਬਲ ਔਰ ਸੈਂਟਰ 'ਚ ਬੀ ਹੀ ਆਊਗਾ, ਇੱਧਰ ਏ ਲਿਖਦੇ ਨੇ, ਇੱਧਰ ਸੀ ਲਿਖਦੇ ਨੇ। ਕਲੀਅਰ, ਸਿੰਪਲ। ਦੇਖੋ ਐਂਗਲ ਕਿੱਥੋਂ ਆ, ਏ ਬੀ ਉੱਪਰ ਬਣ ਰਿਹਾ ਅਤੇ ਬੀ ਸੈਂਟਰ 'ਚ, ਸੀ ਏ ਤੋਂ ਬੀ, ਬੀ ਤੋਂ ਸੀ ਵੱਲ ਗਏ, ਐਂਗਲ ਦਾ ਸਿੰਬਲ ਪਾਉਣਾ ਜ਼ਰੂਰੀ ਹੈਗਾ ਗਾ। ਜਾਂ ਸੀ ਤੋਂ ਬੀ ਵੱਲ ਗਏ, ਬੀ ਤੋਂ ਏ ਵੱਲ ਗਏ। ਠੀਕ ਆ, ਇਹ ਤਾਂ ਸੀਗਾ ਆਪਣੇ ਕੋਲ ਐਂਗਲ ਦਾ ਕੰਸੈਪਟ ਅਤੇ ਲਾਈਨਸ ਦਾ ਕੰਸੈਪਟ। ਠੀਕ ਆ, ਹੁਣ ਆਪਣੇ ਕੋਲ ਕੀ ਇਹ ਸੀਗਾ ਡਿਫਰੈਂਟ ਟਾਈਪ ਆਫ ਲਾਈਨਸ ਦੇ ਪਾਰਟ ਹੋ ਗਏ। ਆਹ ਐਂਗਲ ਆ ਗਿਆ ਕਿ ਐਂਗਲ ਕੀ ਹੁੰਦਾ ਹੈਗਾ, ਐਂਗਲ ਦੀ ਆਰਮਸ ਕੀ ਹੁੰਦੀਆਂ, ਵਰਟੈਕਸ ਕੀ ਹੁੰਦੀਆਂ, ਐਂਗਲ ਦਾ ਨੇਮ। ਠੀਕ ਆ, ਇਹ ਸਾਰਾ ਬੇਸਿਕ ਸੀਗਾ। ਹੁਣ ਆਪਣੇ ਕੋਲ ਕੀ ਆ ਗਿਆ ਹੈਗਾ, ਐਂਗਲ ਦੀਆਂ ਟਾਈਪਸ ਆਫ ਐਂਗਲ, ਟਾਈਪਸ ਆਫ ਐਂਗਲਸ ਆਪਾਂ 1 ਬਾਏ 1 ਕਰ ਰਹੇ ਹੈਗੇ ਆ। ਸਭ ਤੋਂ ਪਹਿਲਾਂ ਆਪਾਂ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹਿਆ 6 ਦੇ ਵਿੱਚ ਅਕਿਊਟ ਐਂਗਲ। ਅਕਿਊਟ ਤੋਂ ਨਹੀਂ, ਆਪਾਂ ਪਹਿਲਾਂ 0 ਤੋਂ ਸਟਾਰਟ ਕਰਦੇ ਹਾਂ। 0 ਐਂਗਲ, ਦੈਨ ਵਾਟ ਇਜ਼ 0 ਐਂਗਲ। 0 ਐਂਗਲ ਮਤਲਬ ਜਿਹੜਾ 0 ਡਿਗਰੀ ਦਾ ਹੋਵੇ। ਕਿੰਨੇ ਡਿਗਰੀ ਦਾ ਹੋਵੇ, 0 ਡਿਗਰੀ ਦਾ ਹੋਵੇ। ਹੁਣ 0 ਡਿਗਰੀ ਦਾ ਐਂਗਲ ਤਾਂ ਆਪਾਂ ਕਹਿਤਾ ਗਾ ਕਿ ਹਾਂ 0 ਡਿਗਰੀ ਹੈਗੀ ਆ। ਠੀਕ ਆ, ਡਿਗਰੀ ਉੱਪਰ ਪਾਉਣੀ ਜ਼ਰੂਰੀ ਹੈ, ਬਟ ਹੁਣ 0 ਡਿਗਰੀ ਦਾ ਐਂਗਲ ਬਣਾਵਾਂਗੇ ਕਿਵੇਂ, ਤਾਂ ਉਹਦੇ ਵਾਸਤੇ ਦੇਖਣਾ ਗਾ ਇੱਕ ਰੇ ਬਣਾ ਦੇਣੀ ਹੈਗੀ ਆ, ਸਿੰਪਲ ਰੇ। ਇਹਦਾ ਮਤਲਬ ਇਹ ਇੱਥੋਂ ਲੈ ਕੇ ਕਿੱਧਰ ਨੂੰ ਜਾ ਰਹੀ ਹੈਗੀ, ਇਸ ਵੱਲ, ਅਤੇ ਇੱਥੇ ਐਂਗਲ ਕੋਈ ਨਹੀਂ ਬਣ ਰਿਹਾ ਗਾ, ਮਤਲਬ 0 ਡਿਗਰੀ ਐਂਗਲ ਬਣ ਰਿਹਾ। ਕਿਉਂਕਿ ਐਂਗਲ ਬਣ ਲਈ ਆਪਾਂ ਨੂੰ ਕੀ ਚਾਹੀਦਾ ਹੁੰਦਾ ਗਾ, 2 ਰੇ ਚਾਹੀਦੀਆਂ ਹੁੰਦੀਆਂ। ਇੱਥੇ ਪਹਿਲਾਂ ਹੀ ਦੱਸਿਆ ਗਾ ਆਪਾਂ ਨੂੰ ਕੋਰਨਰ ਚਾਹੀਦਾ ਹੁੰਦਾ ਗਾ ਐਂਗਲ ਬਣਾਉਣ ਲਈ, ਬਟ ਇੱਥੇ ਤਾਂ ਕੋਈ ਕੋਰਨਰ ਹੈ ਹੀ ਨਹੀਂ ਗਾ, ਇਹਦਾ ਮਤਲਬ ਕੋਈ ਐਂਗਲ ਨਹੀਂ ਬਣਦਾ ਗਾ। ਠੀਕ ਆ, ਇਹਦਾ ਮਤਲਬ ਇਹ ਕਿੰਨੇ ਡਿਗਰੀ ਦਾ ਐਂਗਲ ਆ, 0 ਡਿਗਰੀ ਦਾ ਐਂਗਲ ਹੈਗਾ ਗਾ। ਕਲੀਅਰ ਆ। ਉਸ ਤੋਂ ਬਾਅਦ ਸੈਕਿੰਡ ਆ ਗਿਆ ਆਪਣੇ ਕੋਲ ਅਕਿਊਟ ਐਂਗਲ। ਅਕਿਊਟ ਐਂਗਲ ਦੇਖੋ ਆ ਕੀ ਵਰਡ ਆ ਗਿਆ, ਕਿਊਟ। ਕਿਊਟ ਕੀ ਹੁੰਦੇ ਆ, ਬੱਚੇ, ਛੋਟੇ ਬੱਚੇ। ਠੀਕ ਆ, ਯਾਨੀ ਕਿ ਜਿਹੜੇ ਐਂਗਲ ਸਮੌਲ ਹੋਣ, ਅਤੇ ਕਿੰਨੇ ਕੁ ਸਮੌਲ ਹੋਣ, ਦੇਖੋ ਐਂਗਲ which are greater than 0 degree and smaller than 90 degree। ਕਿਉਂਕਿ ਜੇਕਰ ਐਂਗਲ 0 ਡਿਗਰੀ ਦਾ ਆ ਗਿਆ ਤਾਂ 0 ਡਿਗਰੀ ਦਾ ਐਂਗਲ ਬਣ ਗਿਆ, ਬਟ ਆਪਾਂ ਕੀ ਲਿਖਣੇ ਅਕਿਊਟ ਐਂਗਲ। ਅਕਿਊਟ ਐਂਗਲ ਕੀ ਹੁੰਦੇ ਆ, ਐਂਗਲ ਵਿਚ ਆਰ ਗ੍ਰੇਟਰ ਦੈਨ 0, ਜਿਹੜੇ 0 ਤੋਂ ਤਾਂ ਵੱਡੇ ਹੋਣ, ਐਂਡ ਸਮੋਲਰ ਦੈਨ 90 ਡਿਗਰੀ, ਅਤੇ 90 ਤੋਂ ਛੋਟੇ ਹੋਣ। ਕਲੀਅਰ, 0 ਤੋਂ ਵੱਡੇ ਬਟ 90 ਤੋਂ ਛੋਟੇ, ਜਿਵੇਂ 1 ਡਿਗਰੀ 0 ਤੋਂ ਵੱਡਾ, 90 ਤੋਂ ਛੋਟਾ। 89 ਡਿਗਰੀ ਇਹ ਕੀ ਆ, 0 ਤੋਂ ਵੱਡਾ, 90 ਤੋਂ ਛੋਟਾ। ਕੋਈ ਵੀ ਹੋਰ ਐਂਗਲ ਲਿਖ ਲਓ, 40 ਡਿਗਰੀ। ਕਲੀਅਰ ਆ ਕਿ ਨਹੀਂ ਕਲੀਅਰ, ਇਹ ਸਾਰੇ ਅਕਿਊਟ ਐਂਗਲ ਆ। ਉਸ ਤੋਂ ਬਾਅਦ ਕੀ ਹੁੰਦਾ ਆਪਣੇ ਕੋਲ, ਅਬਟਿਊਜ਼ ਐਂਗਲ। ਅਬਟਿਊਜ਼ ਐਂਗਲ ਕਿਹੜੇ ਹੁੰਦੇ ਹੈਗੇ ਆ, ਸੇਮ ਐਂਗਲ which are greater than 90 degree and smaller than ਜਾਂ less than 180 ਡਿਗਰੀ। ਕਿ ਜਿਹੜੇ ਐਂਗਲ 90 ਤੋਂ ਤਾਂ ਕੀ ਹੋਣ, ਗ੍ਰੇਟਰ ਵੱਡੇ ਹੋਣ, ਬਟ 180 ਤੋਂ ਕੀ ਹੋਣ, ਛੋਟੇ ਹੋਣ। ਲਾਈਕ ਲੈ ਲਓ 91 ਡਿਗਰੀ,
179 डिग्री, होर कोई भी एंगल ले लो 100 डिग्री। ठीक आ, इत्थे एक गल मैं होर क्लीयर कर दिना कि जे आप इसकी डायग्राम बनानी हो किवें बनावांगे आप, वो भी मैं दसदा तुहानूं। ठीक आ, ले लो अपनी ਉਂਗਲ ਦੇ ਵਿੱਚ स्पेस देख लो, इस तरह के जिन्ने भी एंगल होणगे वो सारे की होणगे अक्यूट होणगे, मतलब इस तरह ज़्यादा ना ओपन होण आर्म। ठीक आ, बिल्कुल एल शेप तो छोटियां देखो, यह याद रखना इत्थे एल शेप देखो, एल पता ना, मतलब आर्म्स ਜਿਹੜੀਆਂ ਹੋਣਗੀਆਂ एंगल ਦੀਆਂ इस तो ज़्यादा नहीं फैलियां होणीਆਂ ਚਾਹੀਦੀਆਂ, मतलब इस तरह ना होण, इस तरह ना होण। ठीक आ, मतलब इदों इस तरह छोटियां छोटियां होण। क्लीयर, तो मतलब ਜਦੋਂ भी इस तरह की आप एंगल बनावांगे उदों आप मतलब इस तरह की शेप नहीं बनाउणी, ये नहीं बनाउणी, मतलब एल नूं तुसीं अंदर नूं प्रैस करना, एल नूं अंदर नूं प्रैस करना, इस तरह की शेप होगी, इस तरह की। ठीक आ, ये जिन्ने भी शेप होणगी किहड़ी होणगीਆਂ अक्यूट एंगल दीयां शेप होणगीਆਂ। तो obtuse ਵਿੱਚ ਕੀ ਹੋਊਗਾ, ਜਿਹੜੀ एल शेप आ तुसीं एल शेप नहीं बनाउणी, एल नूं ओपन करना, एल नूं बाहर नूं ओपन करना, लाइक दिस। इत्थे एंगल बन गया, एल ओपन हो गई, आ होर ओपन कर लो, मतलब इस तरह की जिन्नियां भी शेप होणगीਆਂ वो किहड़े एंगल दीयां होणगीਆਂ, obtuse एंगल दीयां। हुण आप इत्थे कही जाने आ कि अक्यूट दे विच कि एल नहीं होनी चाहिए, एल अंदर नूं होनी चाहिए आ। इत्थे आप कही जाने कि एल नहीं होनी चाहिए बट एल बाहर नूं होनी चाहिए आ। फिर आप एल कातों नहीं लै रहे, इसलिए क्योंकि फिर हुंदा अपने कोल राइट एंगल। राइट एंगल की हुंदा गा, एंगल इक्वल टू 90 डिग्री, मतलब जिहड़ा एंगल 90 डिग्री का होवे उसनूं की बोलदे आ राइट एंगल। तो राइट एंगल दे विच फिर की बनूगी, एल शेप बनूगी, याद रखना गा। आ सिंबल हुंदा गा 90 डिग्री का, याद रखना गा। क्लीयर, इस करके आप कह रहे सी कि आप जे आप एल शेप बना देंगे तो एल शेप किहड़ी हुंदी आ 90 डिग्री की, बट आपां दा की लैणे हुंदे अक्यूट विच 90 तो छोटे, जानी कि आप इसनूं अंदर नूं प्रैस करांगे। obtuse विच की लेना हुंदा 90 तो ज़्यादा, मतलब इसनूं आपां बाहर नूं खोलांगे, इसलिए एल नहीं बनाउणी, एल नूं जां तां खोलांगे, एल नूं जां तां अंदर नूं प्रैस करांगे। ठीक आ, जे एल बनूगी तो राइट एंगल बनूगा। क्लीयर, फिर हुंदा अपने कोल स्ट्रेट एंगल। स्ट्रेट एंगल की हुंदा गा, बिल्कुल सीधा एंगल। सीधा एंगल देखने लई तुसीं की करना गा, दो रे आ, हुण एक रे इधर नूं, ये तां जीरो बन गई, मतलब दो ओपोजिट रे आ। किहड़ियां रे आ, ओपोजिट रे। तां देखो इत्थों स्टार्ट हो के किधर नूं जाना, इधर नूं। ठीक आ, तो यह किन्ने डिग्री का हुंदा गा 180 डिग्री का। स्ट्रेट एंगल की हुंदा गा, एंगल इक्वल टू 180 डिग्री, याद रखना गा तुसीं। इत्थे दो रे होणगीਆਂ ओपोजिट रे, ओपोजिट का मतलब एक रे किधर नूं जा रही आ, इधर नूं, दूजी रे किधर नूं जा रही है, इत्थों ही इधर नूं। ओपोजिट मतलब कि एक राइट जा रही है, दूजी लैफ्ट, मतलब ओपोजिट डायरैक्शन च जा रही हैं। क्लीयर, मतलब पूरा 180 डिग्री का होगा। ठीक आ, फिर होंगे अपने कोल रिफ्लैक्स एंगल। रिफ्लैक्स एंगल किहड़े हुंदे आ, हुण देखो आपां जीरो दे कर ले, जीरो तो वड्डे कर ले, 90 दे कर ले, मतलब जीरो तो वड्डे, जीरो दे कर ले, जीरो तो वड्डे 90 तो छोटे, 90 तो वड्डे 180 तो छोटे, 90 दे कर ले, 180 दे कर ले। बट फिर किहड़े रह गए जिहड़े 180 तो वड्डे होण, हुण आपां 180 तो वड्डिआं दी तां गल ही नहीं कीती। इत्थे लिखो फिर एंगल विच आर ग्रेटर दैन 180 डिग्री बट लैस दैन ਜਾਂ ਸਮਾਲਰ दैन 360 डिग्री। तो इसनूं आपां की बोलते हैं, रिफ्लैक्स एंगल। हुण इन्हां दा सिंबल याद रखना गा, 180 वाली लाइन आ रही ना, मतलब इसनूं तुसीं हुण ओपन करना गा। तो देखो इस तरह के सिंबल याद रखने है। आ एंगल नहीं, ये तो एल शेप बन गई, इत्थों लैके तुसीं इधरों स्टार्ट करना, इत्थों लैके जिहड़ा आ एंगल बन गया। ठीक आ, इस तरह की जिहड़ी शेप होगी वो रिफ्लैक्स एंगल की होगी, मतलब जिहड़ा 180 आ ना, मतलब जिहड़ा तुहाडे कोल हाफ सन ले लो, की ले लो हाफ सन।
ਹਾਫ ਸਨ ਦੇਖੋ 180 ਦੇ ਵਿੱਚ ਕੀ ਬਣਦਾ, ਹਾਫ ਸਨ ਬਣਦਾ ਨਾ, ਮਤਲਬ ਹਾਫ ਸਰਕਲ ਹਾਫ ਸਨ ਬਣਦਾ, ਮਤਲਬ ਤੁਸੀਂ ਇਸ ਹਾਫ ਨੂੰ ਵਧਾਉਣਾ ਹੈਗਾ। ਦੇਖੋ ਇੱਥੋਂ ਤੱਕ ਦਾ ਬਣ ਗਿਆ ਹਾਫ, ਜਿੱਥੋਂ ਤੱਕ ਹਾਫ ਬਣ ਗਿਆ ਨਾ, ਮਤਲਬ ਇਸ ਨੂੰ ਹਾਫ ਤੋਂ ਕੀ ਕਰਨਾ, ਵਧਾਉਣਾ ਹੈਗਾ। ਜਦੋਂ ਹਾਫ ਤੋਂ ਵੱਧ ਗਿਆ ਤੇ ਉਹ ਕਿਹੜਾ ਐਂਗਲ ਬਣੂਗਾ, ਰਿਫਲੈਕਸ ਐਂਗਲ। ਮਤਲਬ ਸਿੰਬਲ ਵੀ ਯਾਦ ਰੱਖਣੇ ਹੈਗੇ ਆ, ਠੀਕ ਆ। ਕਿ ਬਾਈ ਨੇਮ 1 ਮਾਰਕਸ ਦੇ ਵਿੱਚ ਪੁੱਛ ਲੈਂਦੇ ਹੈਗੇ ਕਿ ਆਹ ਐਂਗਲ ਕਿਹੜਾ, ਅਕਿਊਟ ਆ। ਆਹ ਐਂਗਲ ਕਿਹੜਾ, ਅਕਿਊਟ ਆ, ਨੋਟ ਅਬਟਿਊਜ਼। ਆਹ ਐਂਗਲ ਕਿਹੜਾ, ਅਬਟਿਊਜ਼। ਆਹ ਕਿਹੜਾ, ਰਾਈਟ ਐਂਗਲ। ਆਹ ਕਿਹੜਾ, ਸਟਰੇਟ ਐਂਗਲ। ਆਹ ਕਿਹੜਾ, 0 ਡਿਗਰੀ। ਆਹ ਕਿਹੜਾ, ਰਿਫਲੈਕਸ ਐਂਗਲ, ਠੀਕ ਆ। ਸਿੰਬਲ ਵੀ ਯਾਦ ਰੱਖਣੇ ਹੈਗੇ ਆ। ਹੁਣ ਆਪਾਂ 0 ਕਰ ਲਿਆ, 90 ਦੀ ਇਕੁਅਲ ਕਰ ਲਿਆ, 180 ਦੀ ਇਕੁਅਲ ਕਰ ਲਿਆ, ਬਟ 360 ਰਹਿ ਗਿਆ, ਠੀਕ ਆ। ਫਿਰ ਆਪਣੇ ਕੋਲ ਟਾਈਪ ਆ ਗਈ ਕੰਪਲੀਟ ਐਂਗਲ। ਕਿਹੜਾ ਐਂਗਲ, ਕੰਪਲੀਟ ਐਂਗਲ। ਹੁਣ ਕੰਪਲੀਟ ਐਂਗਲ ਕਿਹੜਾ ਹੁੰਦਾ ਗਾ, 360 ਐਂਗਲ ਇਕੁਅਲ ਟੂ 360 ਡਿਗਰੀ। ਉਸ ਨੂੰ ਕੀ ਬੋਲਦੇ ਆਪਾਂ, ਕੰਪਲੀਟ ਐਂਗਲ। ਤਾਂ ਯਾਦ ਰੱਖਣਾ ਹੈਗਾ ਕੰਪਲੀਟ ਐਂਗਲ ਕੀ ਹੁੰਦਾ ਹੈਗਾ, ਜਦੋਂ ਇੱਕ ਪੂਰਾ ਸਰਕਲ ਬਣ ਜੇ, ਪੂਰਾ ਗੋਲ ਬਣ ਜੇ। ਮੰਨ ਲਓ ਆ ਸੀ ਨਾ, ਹੁਣ ਆਪਾਂ ਇੱਥੋਂ ਸਟਾਰਟ ਕੀਤਾ ਅਤੇ ਇੱਥੋਂ ਘੁੰਮ ਕੇ ਇੱਥੋਂ ਤੱਕ ਹੀ ਆ ਗਏ। ਕਲੀਅਰ ਆ, ਮਤਲਬ ਇਸ ਰੇ ਸੀਗੀ ਇਹ, ਇੱਕ ਰੇ ਨਹੀਂ, ਇਹ 2 ਰੇ ਹੈਗੇ ਜਿਹੜੀ ਆਏ ਘੁੰਮੀ ਗਈ ਘੁੰਮ ਕੇ ਉੱਥੇ ਹੀ ਵਾਪਸ ਫੇਰ ਆ ਗਈ। ਤਾਂ ਜਦੋਂ ਆਹ ਸਰਕਲ ਬਣ ਗਿਆ ਉਸ ਨੂੰ ਆਪਾਂ ਕੀ ਬੋਲਦੇ ਹਾਂ, ਕੰਪਲੀਟ ਐਂਗਲ। ਤਾਂ ਕਿੰਨੇ ਦਾ ਹੁੰਦਾ ਇਹ, 360 ਡਿਗਰੀ ਦਾ। ਕਲੀਅਰ ਆ, ਮਤਲਬ ਐਂਗਲ 360 ਤੋਂ ਵੱਡੇ ਵੀ ਹੁੰਦੇ ਹੈਗੇ ਆ, ਬਟ ਉਹ ਹਜੇ ਆਪਣੇ ਕੋਲ ਫਿਲਹਾਲ ਆਪਣੀ ਕਲਾਸ 7th ਆ, ਉਹ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ, ਠੀਕ ਆ। ਕਿ ਇਸ ਤੋਂ ਵੱਡੇ ਐਂਗਲ ਕਿਹੜੇ ਹੁੰਦੇ ਆ, ਉਹ ਕਿਵੇਂ ਦੇਖਦੇ, ਉਹਨਾਂ ਨੂੰ ਕੀ ਐਂਗਲ ਬੋਲਦੇ ਆਪਾਂ। ਕਲੀਅਰ ਆ ਕਿ ਨਹੀਂ ਕਲੀਅਰ, ਠੀਕ ਆ। ਉਸ ਤੋਂ ਬਾਅਦ ਥੋੜ੍ਹਾ ਜਿਹਾ ਹੋਰ ਬੇਸਿਕ ਆਪਣੇ ਕੋਲ, ਫਿਰ ਆਪਣੇ ਕੋਲ ਆ ਗਏ ਕੰਪਲੀਮੈਂਟਰੀ ਐਂਗਲਸ। ਇਹ ਤਾਂ ਇੱਕ ਐਂਗਲ ਸੀਗਾ। ਹੁਣ ਕੰਪਲੀਮੈਂਟਰੀ ਦੇਖੋ, ਅੱਗੇ ਆਪਾਂ ਐਂਗਲ ਦੀ ਗੱਲ ਕਰਦੇ ਸੀ, ਹੁਣ ਕੀ ਹੈ, ਐਂਗਲਸ। ਹੁਣ ਕੰਪਲੀਮੈਂਟਰੀ ਐਂਗਲਸ ਕਿਹੜੇ ਹੁੰਦੇ ਹੈਗੇ ਆ, ਯਾਦ ਰੱਖਣਾ ਗਾ, 2 ਐਂਗਲਸ whose sum is 90 ਡਿਗਰੀ। ਕਿ 2 ਐਂਗਲ 2 ਹੀ ਹੋਣੇ ਚਾਹੀਦੇ ਆ, ਠੀਕ ਆ। whose sum ਕਿ ਜਿਨ੍ਹਾਂ ਨੂੰ ਜੋੜੀਏ ਤਾਂ ਕਿੰਨਾ ਆ ਜੇ, 90 ਡਿਗਰੀ ਆ ਜੇ। ਕਲੀਅਰ। ਸਪੋਜ਼ ਕਰੋ 40 ਡਿਗਰੀ ਅਤੇ 50 ਡਿਗਰੀ, ਕੀ ਇਹ ਕੰਪਲੀਮੈਂਟਰੀ ਹੈ, ਚੈੱਕ ਕਰਦੇ ਹੈਗੇ ਆ। ਤਾਂ ਉਹਦੇ ਵਾਸਤੇ ਤੁਸੀਂ ਕੀ ਕਰਨਾ, 2 ਐਂਗਲ ਨੂੰ ਪਲੱਸ ਕਰੋ, ਕਿੰਨਾ ਆ ਗਿਆ, 90। ਯੈਸ, ਇਹ ਦੋਵੇਂ ਕੰਪਲੀਮੈਂਟਰੀ ਹੈਗੇ ਆ, ਕਿਉਂਕਿ ਇੱਥੇ ਕੀ ਲਿਖਿਆ ਆਪਾਂ, 2 ਐਂਗਲ 2 ਤਾਂ ਹੈਗੇ ਆ, ਬਟ ਅੱਗੇ ਕੀ ਲਿਖਿਆ, ਹੂਜ਼ ਸਮ ਕਿ ਜਦੋਂ ਜੋੜੀਏ ਤਾਂ ਕਿੰਨਾ ਆਵੇ, 90। ਜੇਕਰ ਜੋੜ ਕੇ 90 ਆਉਂਦਾ ਤਾਂ ਕੰਪਲੀਮੈਂਟਰੀ ਹੈ, ਅਦਰਵਾਈਜ਼ ਨਹੀਂ ਹੈ, ਠੀਕ ਆ। ਦੂਜੀ ਗੱਲ, ਜੇ ਆਪਾਂ ਕੰਪਲੀਮੈਂਟਰੀ ਐਂਗਲ ਫਾਈਂਡ ਕਰਨੇ ਹੋਣ ਤਾਂ ਤੁਹਾਨੂੰ ਕਹਿ ਦੇਣਗੇ ਕਿ ਇੱਕ ਐਂਗਲ ਕਿੰਨਾ ਆਪਣੇ ਕੋਲ 30 ਡਿਗਰੀ ਆ, ਤਾਂ ਦੂਜਾ ਐਂਗਲ ਕਿੰਨਾ ਹੋਊਗਾ। ਇੱਕ ਐਂਗਲ ਤਾਂ ਆਪਾਂ ਨੂੰ ਦੇਤਾ, ਉਹ ਕਹਿੰਦੇ ਦੂਜਾ ਐਂਗਲ ਕਿੰਨਾ ਹੋਊਗਾ। ਫਿਰ ਹੁਣ ਦੇਖੋ ਸਿੰਪਲ ਜੀ ਗੱਲ ਹੈਗੀ ਆ, ਆਪਾਂ ਇੱਥੇ ਕੀ ਕਹਿਤਾ ਹੈਗਾ ਕਿ 2 ਐਂਗਲ ਨੂੰ ਜੋੜ ਕੇ ਕਿੰਨਾ ਹੋਣਾ ਚਾਹੀਦਾ, 90 ਹੋਣਾ ਚਾਹੀਦਾ। ਜੇ ਇੱਕ ਐਂਗਲ 30 ਆ ਤਾਂ ਦੂਜਾ ਐਂਗਲ ਉਹ ਹੋਊਗਾ ਜਿਹੜਾ 30 ਵਿੱਚ ਮੈਂ ਕੀ ਕਰਾਂ, ਪਲੱਸ ਕਰਾਂ ਤਾਂ 90 ਬਣੇ। ਤਾਂ ਸਿੰਪਲ ਜੀ ਗੱਲ ਹੈਗੀ ਆ। ਅਤੇ ਜੇ ਤੁਸੀਂ ਦੂਜਾ ਕੰਪਲੀਮੈਂਟਰੀ ਐਂਗਲ ਫਾਈਂਡ ਕਰਨਾ ਹੋਵੇ ਤਾਂ ਤੁਸੀਂ 90 ਦੇ ਵਿੱਚੋਂ ਮਾਈਨਸ ਕਰ ਦੇਣਾ ਜਿਹੜਾ ਇੱਕ ਐਂਗਲ ਤੁਹਾਨੂੰ ਪਤਾ, ਕਿੰਨਾ ਆ ਗਿਆ, 60। ਇਹਦਾ ਮਤਲਬ ਇੱਕ ਐਂਗਲ ਕਿੰਨਾ, 30 ਆ, ਅਤੇ ਦੂਜਾ ਕਿੰਨਾ ਹੋਊਗਾ, 60 ਡਿਗਰੀ। ਕਲੀਅਰ। ਹੁਣ ਇੱਥੋਂ ਆਪਾਂ 2 ਤਰ੍ਹਾਂ ਦੇ ਸਮ ਕਰ ਲਏ ਕਿ ਕੰਪਲੀਮੈਂਟਰੀ ਐਂਗਲ ਕਿਹੜੇ ਹੁੰਦੇ ਹੈਗੇ ਆ, ਜਿਨ੍ਹਾਂ ਨੂੰ ਜੋੜ ਕੇ 90 ਆਵੇ। ਜੇ ਜੋੜ ਕੇ 90 ਨਹੀਂ ਆਉਂਦਾ ਤਾਂ ਨਹੀਂ ਹੈਗੇ। ਦੂਸਰਾ ਕੀ ਕੀਤਾ ਕਿ ਆਪਾਂ ਨੂੰ ਇੱਕ ਐਂਗਲ ਪਤਾ ਸੀਗਾ ਅਤੇ ਆਪਾਂ ਦੂਸਰਾ ਐਂਗਲ ਫਾਈਂਡ ਕੀਤਾ, ਕਿਹੜਾ, ਕੰਪਲੀਮੈਂਟਰੀ। ਕਿਵੇਂ ਫਾਈਂਡ ਕੀਤਾ ਕਿ 90 ਚੋਂ ਮਾਈਨਸ ਕਰਾਂਗੇ ਜਿਹੜਾ ਐਂਗਲ ਸਾਨੂੰ ਪਤਾ। ਕਲੀਅਰ। ਫਿਰ ਹੁੰਦੇ ਆ ਸਪਲੀਮੈਂਟਰੀ ਐਂਗਲ। ਹੁਣ ਸਪਲੀਮੈਂਟਰੀ ਐਂਗਲਸ ਕਿਹੜੇ ਹੁੰਦੇ ਹੈਗੇ ਆ, ਇਹ ਵੀ ਪਹਿਲਾਂ ਆਪਾਂ ਡੈਫੀਨੇਸ਼ਨ ਦੇਖਦੇ ਹੈਗੇ ਆ। 2 ਐਂਗਲਸ, ਇਹ ਵੀ 2 ਹੀ ਹੁੰਦੇ ਆ। 2 ਐਂਗਲਸ whose sum is 180 ਡਿਗਰੀ।
ਉਹ ਦੋ ਐਂਗਲ ਜਿਨ੍ਹਾਂ ਨੂੰ ਕੀ ਕਰੀਏ ਐਡ ਕਰੀਏ ਤਾਂ ਕਿੰਨਾ ਜੇ 180 ਡਿਗਰੀ, ਜਿਵੇਂ ਲਿਖ ਲਈਏ 1 ਤੇ ਇੱਥੇ ਲਿਖ ਲਈਏ ਆਪਾਂ 70 ਡਿਗਰੀ। ਦੇਖੋ ਦੋਵਾਂ ਨੂੰ ਪਲੱਸ ਕਰਕੇ ਦੇਖੋ ਕਿੰਨਾ ਆ ਗਿਆ 1, ਇਹਦਾ ਮਤਲਬ ਹੈਗੇ ਆ। ਕਲੀਅਰ। ਉਸੇ ਤਰ੍ਹਾਂ ਜੇ ਆਪਾਂ ਦੂਜਾ ਐਂਗਲ ਫਾਈਂਡ ਕਰਨਾ ਹੋਵੇ ਫਿਰ ਕਿਵੇਂ ਕਰਾਂਗੇ, ਸਪੋਜ਼ ਕਰੋ ਕਹਿੰਦੇ ਇੱਕ ਐਂਗਲ 100 ਡਿਗਰੀ ਹੈਗਾ ਗਾ ਤੇ ਦੂਜਾ ਫਾਈਂਡ ਕਰਨਾ ਗਾ ਉਸੇ ਤਰ੍ਹਾਂ ਹੀ। ਹੁਣ ਆਪਾਂ ਸਪਲੀਮੈਂਟਰੀ ਐਂਗਲ ਫਾਈਂਡ ਕਰਾਂਗੇ ਤਾਂ ਤੁਸੀਂ ਫਿਰ 180 ਚੋਂ ਮਾਈਨਸ ਕਰਾਂਗੇ ਕਿਹੜਾ, ਜਿਹੜਾ ਐਂਗਲ ਸਾਨੂੰ ਪਤਾ ਕਿੰਨਾ ਆ ਗਿਆ 80 ਡਿਗਰੀ। ਠੀਕ ਆ। ਜਦੋਂ ਕੰਪਲੀਮੈਂਟਰੀ ਐਂਗਲ ਫਾਈਂਡ ਕਰਨਾ ਇੱਕ ਪਤਾ ਹੋਵੇ ਤਾਂ 90 ਚੋਂ ਮਾਈਨਸ ਕਰਾਂਗੇ, ਜਦੋਂ ਸਪਲੀਮੈਂਟਰੀ ਐਂਗਲ ਫਾਈਂਡ ਕਰਨਾ 1 ਐਂਗਲ ਪਤਾ ਹੋਵੇ ਤਾਂ ਉਦੋਂ 180 ਚੋਂ ਮਾਈਨਸ ਕਰਨਾ ਗਾ। ਕਲੀਅਰ। ਉਸ ਤੋਂ ਬਾਅਦ ਇੱਥੋਂ ਨਾ ਇੱਕ ਰਿਜ਼ਲਟ ਨਿਕਲਦਾ ਗਾ ਕਿ ਜੇਕਰ ਕੰਪਲੀਮੈਂਟਰੀ ਐਂਗਲ ਬਣਾਉਣੇ ਆ ਤਾਂ ਦੋਵੇਂ ਐਂਗਲ ਅਕਿਊਟ ਹੋਣੇ ਚਾਹੀਦੇ ਹੈਗੇ ਆ, ਬੋਥ ਆਰ ਅਕਿਊਟ। ਕਿਉਂਕਿ ਆਪਾਂ ਨੂੰ ਐਡ ਕਰਕੇ ਕਿੰਨਾ ਆਉਣਾ ਚਾਹੀਦਾ 90 ਆਉਣਾ ਚਾਹੀਦਾ, 90 ਆਉਣਾ ਚਾਹੀਦਾ। ਇਹਦਾ ਮਤਲਬ 90 ਐਡ ਕਰਕੇ ਤਾਂ ਹੀ ਆਊਗਾ ਜੇਕਰ ਦੋਵੇਂ ਐਂਗਲ ਕੀ ਹੋਣਗੇ 90 ਤੋਂ ਛੋਟੇ ਹੋਣਗੇ। ਅਤੇ ਜੇ ਆਪਾਂ ਇੱਕ ਐਂਗਲ ਸਪੋਜ਼ ਕਰੋ, ਮੰਨ ਲਓ ਇੱਕ ਐਂਗਲ ਆਪਣੇ ਕੋਲ 40 ਡਿਗਰੀ ਆ ਅਤੇ ਦੂਜਾ ਐਂਗਲ ਆਪਾਂ ਲੈ ਲਿਆ 91 ਡਿਗਰੀ। ਇਹਦਾ ਮਤਲਬ ਇੱਕ ਐਂਗਲ ਕੀ ਹੈਗਾ ਅਕਿਊਟ, ਦੂਜਾ ਕੀ ਆ ਅਬਟਿਊਜ਼। ਇਹਨਾਂ ਨੂੰ ਪਲੱਸ ਕਰਕੇ ਦੇਖੋ ਕਿੰਨਾ ਆ ਜਾਊਗਾ ਆਪਣੇ ਕੋਲ 91, ਇੱਥੇ ਆ ਜਾਊਗਾ ਆਪਣੇ ਕੋਲ 41 101 ਆ ਗਿਆ 941, ਯਾਨੀ ਕਿ 131 ਡਿਗਰੀ ਆ ਗਿਆ। ਇਹਦਾ ਮਤਲਬ ਇਹ ਤਾਂ ਕੰਪਲੀਮੈਂਟਰੀ ਹੈ ਹੀ ਨਹੀਂ, ਕਿਉਂਕਿ ਕੰਪਲੀਮੈਂਟਰੀ ਵਿੱਚ ਕੀ ਹੁੰਦਾ ਗਾ ਦੋਵਾਂ ਨੂੰ ਜੋੜ ਕੇ 90 ਆਉਣਾ ਹੁੰਦਾ, ਬਟ ਇੱਥੇ ਤਾਂ 90 ਆਇਆ ਹੀ ਨਹੀਂ ਗਾ। ਇਹਦਾ ਮਤਲਬ ਇੱਥੇ ਯਾਦ ਰੱਖਣਾ ਗਾ ਜਿਹੜੇ ਦੋ ਕੰਪਲੀਮੈਂਟਰੀ ਐਂਗਲ ਹੁੰਦੇ ਆ ਉਹ ਦੋਵੇਂ ਅਕਿਊਟ ਹੋਣਗੇ, ਯਾਨੀ ਕਿ ਦੋਵੇਂ ਕੀ ਹੋਣਗੇ 90 ਤੋਂ ਸਮੋਲ ਹੋਣਗੇ। ਇੱਥੇ ਕੀ ਹੋਣਗੇ 1 ਅਬਟਿਊਜ਼ ਹੋਊਗਾ ਐਂਡ 1 ਅਕਿਊਟ ਹੋਊਗਾ। ਦੋਵੇਂ ਅਕਿਊਟ ਨਹੀਂ ਹੋ ਸਕਦੇ ਅਤੇ ਦੋਵੇਂ ਅਬਟਿਊਜ਼ ਨਹੀਂ ਹੋ ਸਕਦੇ। ਕਿਉਂ? ਮੰਨ ਲਓ ਦੋਵੇਂ ਅਬਟਿਊਜ਼ ਕੀ ਹੁੰਦੇ ਆ ਜਿਹੜੇ 90 ਤੋਂ ਵੱਡੇ ਹੁੰਦੇ ਹੈਗੇ ਆ। ਦੇਖੋ ਇੱਥੇ ਆਪਾਂ ਦੋਵੇਂ ਐਂਗਲ ਲੈ ਲਏ, ਮੰਨ ਲਓ ਇੱਥੇ ਲੈ ਲਈਏ 110 ਡਿਗਰੀ, ਦੋਵੇਂ ਐਂਗਲ ਕੀ ਆ ਅਬਟਿਊਜ਼। ਹੁਣ ਦੋਵਾਂ ਨੂੰ ਐਡ ਕਰਕੇ ਦੇਖੋ 01, ਇਹ ਤਾਂ ਕਿੰਨਾ ਆ ਗਿਆ 210 ਡਿਗਰੀ ਆ ਗਿਆ, 210 ਡਿਗਰੀ ਆ ਗਿਆ। ਤਾਂ ਮਤਲਬ ਸਪਲੀਮੈਂਟਰੀ ਹੋਣਗੇ ਨਹੀਂ। ਹੁਣ ਆਪਾਂ ਕੀ ਕਰਨੇ ਹੈਗੇ ਆ ਦੋਵੇਂ ਅਕਿਊਟ ਲੈ ਕੇ ਦੇਖ ਲੈਂਦੇ ਹੈਗੇ ਆ। ਅਕਿਊਟ ਮਤਲਬ ਇੱਕ ਆਪਾਂ ਲੈ ਲੈਂਦੇ ਹਾਂ 80 ਡਿਗਰੀ ਅਤੇ ਇੱਕ ਆਪਾਂ ਲੈ ਲੈਂਦੇ ਹਾਂ ਮੰਨ ਲਓ 70 ਡਿਗਰੀ। ਇੱਥੇ ਕਿੰਨਾ ਆ ਗਿਆ 80 + 70 ਤਾਂ ਕਿੰਨਾ ਆ ਗਿਆ 150। ਕੀ ਇਹ 180 ਬਣਿਆ ਐਡ ਕਰਕੇ? ਨਹੀਂ ਬਣਿਆ। ਦਾ ਮਤਲਬ ਨਹੀਂ, ਨਾ ਤਾਂ ਦੋਵੇਂ ਅਬਟਿਊਜ਼ ਹੋਣਗੇ ਨਾ ਦੋਵੇਂ ਅਕਿਊਟ ਹੋਣਗੇ। ਤਾਂ ਫਿਰ ਕੀ ਹੋਣਗੇ, ਇੱਕ ਤਾਂ ਹੋਊਗਾ 90 ਤੋਂ ਗ੍ਰੇਟਰ ਯਾਨੀ ਕਿ ਅਬਟਿਊਜ਼ ਹੋਊਗਾ, ਦੂਜਾ ਕੀ ਹੋਊਗਾ 90 ਤੋਂ ਛੋਟਾ ਯਾਨੀ ਕਿ ਅਕਿਊਟ ਹੋਊਗਾ। ਠੀਕ ਆ। ਇਹਦਾ ਮਤਲਬ ਜਦੋਂ ਸਪਲੀਮੈਂਟਰੀ ਐਂਗਲ ਬਣਨਗੇ ਤਾਂ ਇੱਕ ਅਬਟਿਊਜ਼ ਹੋਊਗਾ ਇੱਕ ਅਕਿਊਟ ਹੋਊਗਾ, ਬਟ ਜਦੋਂ ਕੰਪਲੀਮੈਂਟਰੀ ਐਂਗਲ ਬਣਨਗੇ ਦੋਵੇਂ ਕੀ ਹੋਣਗੇ ਅਕਿਊਟ ਹੋਣਗੇ। ਕਲੀਅਰ। ਚਲੋ ਨੈਕਸਟ ਆਪਣੇ ਕੋਲ ਹੈਗਾ ਗਾ ਐਡਜੈਸੈਂਟ ਐਂਗਲ। ਇਹ ਸਾਰਾ ਬੇਸਿਕ ਆਪਣੇ ਕੋਲ। ਠੀਕ ਆ। ਐਡਜੈਸੈਂਟ ਐਂਗਲਸ। ਹੁਣ ਐਡਜੈਸੈਂਟ ਐਂਗਲ ਕਿਹੜੇ ਹੁੰਦੇ ਹੈਗੇ, ਇਹਨਾਂ ਨੂੰ ਆਪਾਂ ਵੈਸੇ ਪੰਜਾਬੀ 'ਚ ਬੋਲ ਦਿੰਦੇ ਹਾਂ ਗਵਾਂਢੀ। ਕਿਹੜੇ ਐਂਗਲ ਹੁੰਦੇ ਹੈਗੇ ਆ ਗਵਾਂਢੀ ਐਂਗਲ, ਜਿਹੜੇ ਨਾਲ ਪਏ। ਹੁਣ ਡੈਫੀਨੀਸ਼ਨ ਲਿਖਦੇ ਹੈਗੇ ਆ 2 angles which have one arm common। ਕਿ ਦੋ ਐਂਗਲ ਜਿਨ੍ਹਾਂ ਦੀ ਇੱਕ ਆਰਮ ਕੀ ਹੋਵੇ ਕਾਮਨ ਹੋਵੇ। ਠੀਕ ਆ। ਉਹਨਾਂ ਨੂੰ ਆਪਾਂ ਕਿਹੜੇ ਐਂਗਲ ਬੋਲਦੇ ਆ ਐਡਜੈਸੈਂਟ ਐਂਗਲ। ਤਾਂ ਦੇਖੋ ਫਿਰ ਕਾਮਨ ਆਰਮ, 1 ਕਾਮਨ ਆਰਮ ਐਂਡ ਕਾਮਨ ਵਰਟੈਕਸ ਆ ਵੀ ਲੈ ਕੇ ਲਓ। ਵੈਸੇ ਤਾਂ ਆਰਮ ਦੇ ਨਾਲ ਵਰਟੈਕਸ ਤਾਂ ਆ ਹੀ ਜਾਣਾ ਗਾ, ਬਟ ਫਿਰ ਵੀ ਲੈ ਕੇ ਲਓ। ਹੁਣ ਦੇਖੋ ਮੰਨ ਲਓ ਆਪਾਂ ਇੱਕ ਐਂਗਲ ਬਣਾ ਲਿਆ। ਠੀਕ ਆ। ਦੇਖੋ ਆ ਇਹਦਾ ਵਰਟੈਕਸ ਆ, ਇੱਥੇ ਲੈ ਲਈਏ ਆਪਾਂ ਸਪੋਜ਼ ਕਰੋ A ਆ, ਇੱਥੇ ਸਪੋਜ਼ ਕਰੋ C ਆ ਐਂਗਲ ਬਣਾ ਲਿਆ। ਹੁਣ ਐਡਜੈਸੈਂਟ ਐਂਗਲ ਕੀ ਹੁੰਦਾ ਗਾ 2 angles ਵਿੱਚ ਹੈ 1 arm common, ਯਾਨੀ ਕਿ ਇਸ ਐਂਗਲ ਦੀਆਂ 2 ਆਰਮ ਆਹ ਵਾਲੀ ਅਤੇ ਆਹ ਵਾਲੀ। ਇਹਦਾ ਮਤਲਬ ਜਿਹੜਾ ਦੂਜਾ ਐਂਗਲ ਬਣੂਗਾ ਉਹਦੇ ਵਿੱਚੋਂ ਜਿਹੜੀ ਇੱਕ ਆਰਮ ਹੋਊਗੀ ਜਾਂ ਤਾਂ ਆਹ ਹੋਊਗੀ ਅਤੇ ਜਾਂ ਆਹ ਹੋਊਗੀ, ਅਤੇ ਵਰਟੈਕਸ ਕੀ ਹੋਊਗਾ ਕਾਮਨ। ਤਾਂ ਵਰਟੈਕਸ ਕਿਹੜਾ ਹੁੰਦਾ ਗਾ ਆਹ ਵਾਲਾ। ਇਹਦਾ ਮਤਲਬ ਕਿ ਕਾਮਨ ਵਰਟੈਕਸ ਚਾਹੀਦਾ। ਅਤੇ ਦੇਖੋ ਫਿਰ ਆਹ ਬਣਾ ਲੈਂਦੇ ਆਪਾਂ ਐਂਗਲ।
क्लीयर समझ लगी। हुण एक एंगल किहड़ा देखो, एक एंगल हैगा अपने कोल ABC आह वाला, A तो B तो C क्योंकि B उपर बनदा, ठीक है, B सेंटर च लवांगे। एंड दूजा एंगल किहड़ा देखो DBC। हुण देखो इन्हां दोवां एंगलों कोल देखो आ जिहड़ा B वर्टेक्स आ कॉमन आ, देखो इहदे कोल भी B है, इहदे कोल भी B आ, ठीक आ। तो होर की कॉमन आ आर्म, देखो इस एंगल कोल किहड़ी आर्म आ गई BC, तो इस एंगल कोल भी किहड़ी आर्म आ गई BC। इहदा मतलब ये दोवें एंगल की हैगे आ एडजेसेंट हैगे आ, ठीक आ। याद रखना गा एडजेसेंट एंगल किहड़े हुंदे हैगे आ, दो एंगल जिन्हां दे विच वन आर्म की होवे कॉमन एंड कॉमन वर्टेक्स होवे। क्लीयर कि दोवें एंगल सेम वर्टेक्स उपर बनने चाहिए हैगे आ, ठीक आ। ते आर्म भी कॉमन होनी चाहिए हैगी। इत्थे मैं गल होर दसदा तुहानूं, मान लो आ मान लो A आ सपोज करो B आ सपोज करो C आ सपोज करो D आ सपोज करो E। हुण देखो आप एक तो इस एंगल की गल करते, एक आप इस एंगल की गल करते हैं, ठीक आ। हुण इस एंगल का नाम की हैगा गा ABC एंड इस एंगल का की नाम हैगा EBD। हुण ये की दसो कि आह वाला एंगल ते आह वाला एंगल एडजेसेंट हैगे आ कि नहीं हैगे, नॉट। क्यों, क्योंकि देखो इस एंगल के कोल भी B वर्टेक्स हैगा, इस एंगल कोल भी B वर्टेक्स हैगा, यानी कि वर्टेक्स का कॉमन आ गया। बट दूजी की गल लिखी है कॉमन आर्म, तो देखो इस एंगल दे विच आर्म पई आ AB ते BC, इस एंगल दे विच आर्म किहड़ी किहड़ी पई आ AB ते BC। बट इस एंगल कोल आर्म किहड़ी किहड़ी पई आ BE ते BD, मतलब दोवां दे विच तां आर्म कॉमन है ही नहीं, इहदा मतलब ये एडजेसेंट नहीं गे। क्लीयर, इस चीज़ नूं समझना गा। एडजेसेंट एंगल किहड़े हुंदे आ जिन्हां दी आर्म की होवे कॉमन ते वर्टेक्स भी कॉमन, ठीक। हुण लास्ट रह गया अपने कोल, लास्ट नहीं एक होर हैगा, इकट्ठा कर देंगे लीनियर पेयर। क्लीयर, लीनियर का मतलब इत्थों गल कंसैप्ट हुंदी है कि लाइन की एक स्ट्रेट लाइन उपर बनने वाले एंगल जिन्होंने जोड़ के की आवे 180 डिग्री। सपोज करो आ स्ट्रेट लाइन आ, इस उपर आपां की बनाते दो एंगल बनाते, आ वाला ते आ वाला, ठीक आ। तो याद रखना गा इस एंगल ते इस एंगल का सम ऑलवेज की होगा 180 डिग्री होगा। क्लीयर, तो ये की होगा, ये तो कॉमन आर्म होगी जो लीनियर पेयर बनूगा। याद रखना गा एक आर्म तो कॉमन होगी, देखो इस एंगल के आ वाली आर्म तो इस एंगल के आ वाली आर्म, ये कॉमन आ। तो दूसरा की होगा जिहड़ियां बाकी दो आर्म रह गई वो की होणियां ओपोजिट होणियां, ठीक आ। लीनियर पेयर की डेफिनेशन लिख देने हैगे आ, की होगी वन आर्म की होगी कॉमन होगी एंड नॉन कॉमन एंड नॉन कॉमन आर्म आर ऑपोजिट। फिर देख लो कि जिहड़ी आर्म कॉमन हो तो होगी, जिहड़ियां आर्म कॉमन नहीं गी, देखो आ वाली कॉमन नहीं गी, तो की होणियां ऑपोजिट होणियां, मतलब ये लाइन बना रही होणियां, ठीक आ। जिहड़ा लीनियर पेयर हुंदा याद रखना, लीनियर पेयर दे विच की हुंदा गा सम ऑफ एंगल्स इज इक्वल टू 180 डिग्री, ठीक आ। तो लीनियर पेयर विच की हुंदे एंगल एडजेसेंट हुंदे हैगे, क्यों, क्योंकि अपने कोल की आ गया वन आर्म कॉमन आ गई, जे आर्म कॉमन आ तो वर्टेक्स का कॉमन हैगा ही हैगा गा, ठीक आ। इहदा मतलब लीनियर पेयर की हुंदा गा एडजेसेंट एंगल हुंदे हैगे आ जिहदा सम की हुंदा गा 180 डिग्री। क्लीयर, इत्थे भी लिख लो एडजेसेंट एंगल्स सम ऑफ एंगल कितना होना चाहिए 180 डिग्री। क्लीयर, बट एडजेसेंट दे विच कोई कंडीशन नहीं गी, एडजेसेंट विच की होना चाहिए गा सिर्फ वन आर्म कॉमन तो वन वर्टेक्स कॉमन होना चाहिए, ऐड करके 180 आवे चाहे ना आवे। बट इत्थे की होना चाहिए कि एंगल एडजेसेंट होने चाहिए आ, तो दूजी कंडीशन की हैगी आ कि सम की होना चाहिए 180 होना चाहिए। क्लीयर, लास्ट आ गया अपने कोल वर्टिकली ऑपोजिट एंगल। ये सारा बेसिक अपने कोल, ठीक है। हुण वर्टिकली ऑपोजिट एंगल का मतलब की, ऑपोजिट का मतलब आमो सामने,
ਠੀਕ ਆ। वर्टिकल ਦਾ ਮਤਲਬ ਇੱਕ ਵਰਟੈਕਸ ਉੱਪਰ ਜਿਹੜੇ ਬਣਦੇ ਹੈਗੇ ਆ। ਦੇਖੋ ਹੁਣ ਸਪੋਜ਼ ਕਰੋ ਆਪਣੇ ਕੋਲ ਦੋ ਲਾਈਨਸ ਆ, ਹੁਣ ਇਸ ਲਾਈਨ ਤੇ ਇਸ ਲਾਈਨ ਆਪਸ ਵਿੱਚ ਕਿੱਥੇ ਕੱਟ ਕਰਦੀਆਂ, ਇਸ ਪੁਆਇੰਟ ਤੇ। ਮਤਲਬ ਇਹ ਕੀ ਆ ਗਿਆ, ਸਾਰਿਆਂ ਦਾ ਕਾਮਨ ਵਰਟੈਕਸ ਆ ਗਿਆ। ਦੇਖੋ ਵਰਟੀਕਲੀ ਲਿਖਿਆ ਨਾ, ਵਰਟੀਕਲੀ ਮਤਲਬ ਵਰਟੈਕਸ, ਆਪੋਜਿਟ ਮਤਲਬ ਆਮੋ ਸਾਹਮਣੇ। ਹੁਣ ਇਸ ਦੇ ਵਿੱਚ ਆਪਾਂ ਗੱਲ ਕਰੀਏ ਇਸ ਐਂਗਲ ਦੀ, ਤੇ ਇਹਦੇ ਸਾਹਮਣੇ ਕੌਣ ਆ, ਆਹ ਵਾਲਾ ਐਂਗਲ। ਆਪਾਂ ਗੱਲ ਕਰੀਏ ਇਸ ਐਂਗਲ ਦੀ, ਇਹਦੇ ਸਾਹਮਣੇ ਵਾਲਾ ਕਿਹੜਾ, ਆਹ ਵਾਲਾ ਐਂਗਲ। ਤੇ ਵੀ ਯਾਦ ਰੱਖਣਾ ਗਾ, ਜਦੋਂ ਦੋ ਲਾਈਨਸ ਆਪਸ ਵਿੱਚ ਇੰਟਰਸੈਕਟ ਕਰਨ ਤਾਂ ਉਦੋਂ ਕਿੰਨੇ ਐਂਗਲ ਬਣਦੇ ਹੁੰਦੇ ਆ, 4 ਐਂਗਲ ਬਣਦੇ ਹੁੰਦੇ ਹੈਗੇ ਆ। ਠੀਕ ਆ। ਤੇ ਉਹਨਾਂ ਵਿੱਚੋਂ ਜਿਹੜੇ ਆਪੋਜਿਟ ਐਂਗਲ ਹੁੰਦੇ ਆ ਉਹ ਇਕੁਅਲ ਹੁੰਦੇ ਹੈਗੇ ਆ। ਵਰਟੀਕਲੀ ਆਪੋਜਿਟ ਐਂਗਲਸ ਆਰ ਇਕੁਅਲ। ਸਪੋਜ਼ ਕਰੋ ਆਹ ਐਂਗਲ ਕਿੰਨਾ 1, ਆਹ ਐਂਗਲ ਕਿੰਨਾ 2। ਇਹਦਾ ਮਤਲਬ ਜਿਹੜਾ 1 ਆ ਉਹ 2 ਦੇ ਇਕੁਅਲ ਆ। ਕਿਉਂ, ਕਿਉਂਕਿ ਇਹ ਵਰਟੀਕਲੀ ਆਪੋਜਿਟ ਐਂਗਲ ਆ। ਆਹ ਕਿੰਨਾ 3, ਆ ਕਿੰਨਾ 4। ਤੇ ਇਹਦਾ ਮਤਲਬ ਜਿਹੜਾ ਐਂਗਲ 3 ਆ ਉਹ ਕਿਹਦੇ ਇਕੁਅਲ ਆ, ਐਂਗਲ 4 ਦੇ ਇਕੁਅਲ ਹੈਗਾ ਗਾ। ਇਹ ਯਾਦ ਰੱਖਣਾ ਗਾ। ਪਹਿਲਾਂ ਤਾਂ ਵਰਟੀਕਲੀ ਆਪੋਜਿਟ ਐਂਗਲ ਕਦੋਂ ਬਣਦੇ ਆ, ਜਦੋਂ ਦੋ ਲਾਈਨਸ ਮੀਟ ਕਰਦੀਆਂ ਹੋਣ, ਇੰਟਰਸੈਕਟ ਕਰਦੀਆਂ ਹੋਣ। ਠੀਕ ਆ। ਆਮੋ ਸਾਹਮਣੇ ਵਾਲੇ ਐਂਗਲ ਵਰਟੀਕਲੀ ਆਪੋਜਿਟ ਐਂਗਲ ਕੀ ਹੁੰਦੇ ਆ, ਇਕੁਅਲ ਹੁੰਦੇ ਹੈਗੇ ਆ। ਠੀਕ, ਇਹ ਸੀਗਾ ਤੁਹਾਡਾ ਬੇਸਿਕ।